पंजाब टॉक चैनल देख रहे दर्शकों का स्वागत। मैं हाँ कमलजीत सिद्धू। प्रोग्राम खास खबर के नाल दोस्तों हाजिर हाँ। जो खबर अज अपने कोल ने ਉਹਦੇ ਵਿੱਚ कल ਤੁਹਾਨੂੰ पता ही है कि जिस तरीके ਦੇ ਨਾਲ गुजरात ਦੇ ਵਿੱਚ भाजपा की ਵੱਡੀ ਜਿੱਤ ਹੋਈ है, ਇਹਨੂੰ ਇਤਿਹਾਸਕ ਜਿੱਤ ਕਹਿ ਸਕਦੇ ਹਾਂ। ਤਾਂ ਪਹਿਲਾ ਮੁੱਦਾ ਇਹ ਹੈ ਕਿ ਇਤਿਹਾਸਕ ਜਿੱਤ ਹੋਈ ਹੈ, ਇਸ ਦੇ ਉੱਤੇ ਗੱਲਬਾਤ ਕਰਾਂਗੇ। ਤੇ ਦੂਸਰੀ ਖਬਰ ਜਿਹੜੀ ਹੈ ਕੇਂਦਰੀ ਬਜਟ ਦੇ ਵਿੱਚ ਜਿਹੜੀ ਸਿਹਤ ਤੇ ਸਿੱਖਿਆ ਦੀ ਗੱਲ ਆ, ਕਿਉਂਕਿ ਲੋੜ ਹੈ ਦੇਸ਼ ਦੀ ਸਭ ਤੋਂ ਵੱਡੀ, ਤਾਂ ਉਸ ਦੀ ਚਰਚਾ ਹੁਣ ਛਿੜੀ ਹੈ। ਗੱਲ ਕਰਦੇ ਹਾਂ ਪਹਿਲੀ ਖਬਰ ਵਾਲੇ ਮਾਮਲੇ ਦੇ ਵਿੱਚ। ਭਾਜਪਾ ਜੋ ਆ ਗੁਜਰਾਤ ਦੇ ਵਿੱਚ 24 ਸਾਲਾਂ ਤੋਂ ਸੱਤਾ ਵਿੱਚ ਆ ਤੇ ਹੁਣ ਇਸ ਵਾਰੀ ਫੇਰ ਜਿੱਤ ਗਿਆ ਤੇ ਅਗਲੇ 5 ਸਾਲ ਫੇਰ ਜੋ ਆ ਸੱਤਾ ਦੇ ਵਿੱਚ ਰਹੇਗੀ ਗੁਜਰਾਤ ਦੇ ਵਿੱਚ। ਵੈਸੇ ਤਾਂ ਉਮੀਦਾਂ ਕਾਫੀ ਕੀਤੀਆਂ ਗਈਆਂ ਸੀ ਲੋਕਾਂ ਵੱਲੋਂ, ਜਿਹੜੀਆਂ ਬਹੁਤ ਜ਼ਿਆਦਾ ਰਾਜਨੀਤਿਕ ਪਾਰਟੀਆਂ ਉੱਥੇ ਗਈਆਂ ਨੇ, ਲੋਕਾਂ ਦੀਆਂ ਕਾਫੀ ਗੱਲਾਂ ਬਾਤਾਂ ਸੀ, ਕਾਫੀ ਉਹਨਾਂ ਦੀਆਂ ਮੰਗਾਂ ਸੀਗੀਆਂ। ਉਹਨੂੰ ਵੇਖ ਕੇ ਇੰਝ ਲੱਗਦਾ ਸੀਗਾ ਕਿ ਇਸ ਵਾਰੀ ਗੁਜਰਾਤ ਵਿੱਚ 24 ਸਾਲਾਂ ਤੋਂ ਜਿਹੜਾ ਭਾਜਪਾ ਆ ਉਸ ਦੀ ਸਰਕਾਰ ਨੂੰ ਪਾਸੇ ਕਰਕੇ ਹੁਣ ਹੋ ਸਕਦਾ ਕਿ ਇੱਥੋਂ ਦੇ ਲੋਕ ਕਿਸੇ ਨਵੀਂ ਪਾਰਟੀ ਨੂੰ ਜਗ੍ਹਾ ਦੇਣ। ਤਾਂ ਜੋ ਰਾਜਨੀਤੀ ਦੀਆਂ ਖਬਰਾਂ ਸੀਗੀਆਂ ਉਹਨਾਂ ਦੇ ਮੁਤਾਬਕ ਲੱਗਦਾ ਸੀ ਕਿ ਇਸ ਵਾਰੀ ਜਿਹੜਾ ਬਦਲ ਆ ਉਹ ਹੋਊਗਾ। ਪਰ ਗੁਜਰਾਤ ਵਿੱਚ ਭਾਜਪਾ ਦੀ ਇਸ ਇੱਕ ਪਾਸੜ ਜਿੱਤ ਨੇ ਕਾਂਗਰਸ ਨੂੰ ਹੀ ਖੇਰੂ ਨਹੀਂ ਕੀਤਾ, ਸਗੋਂ ਇਹ ਵੀ ਦੱਸਿਆ ਹੈ ਕਿ ਕਾਂਗਰਸ ਦੀ ਲੀਡਰਸ਼ਿਪ ਅਜਿਹੀ ਮਾਨਸਿਕਤਾ ਦੇ ਅਧੀਨ ਕੰਮ ਕਰ ਰਹੀ ਹੈ ਜਿਸ ਵਿੱਚ ਹਾਰ ਨੂੰ ਮਾਨਸਿਕ ਪੱਧਰ ਤੋਂ ਪਹਿਲਾਂ ਹੀ ਸਵੀਕਾਰ ਕਰ ਲਿਆ ਜਾਂਦਾ ਆ। ਕਾਂਗਰਸ ਨੇ ਗੁਜਰਾਤ ਵਿੱਚ ਨਾ ਤਾਂ ਕੋਈ ਰਣਨੀਤੀ ਬਣਾਈ ਤੇ ਨਾ ਹੀ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਵੱਡੀ ਪੱਧਰ ਤੇ ਚੋਣ ਪ੍ਰਚਾਰ ਕਰਨ ਲਈ ਕੋਈ ਮੁਹਿੰਮ ਚਲਾਈ ਹੈ। ਜ਼ਾਹਿਰ ਹੈ ਜੇ ਕੋਈ ਪਾਰਟੀ ਅਜਿਹਾ ਕਰਦੀ ਹੈ ਤੇ ਇਸ ਤੋਂ ਫਿਰ ਸਾਫ਼ ਜ਼ਾਹਿਰ ਹੋ ਜਾਂਦਾ, ਕਿਉਂਕਿ ਜਿਨ੍ਹਾਂ ਪਾਰਟੀਆਂ ਨੇ ਆਪਦੀ ਉਮੀਦ ਰੱਖੀ ਸੀ, ਚਾਹੇ ਉਹ ਅਸੀਂ ਆਪ ਲੈ ਲੈਂਦੇ ਹਾਂ ਚਾਹੇ ਭਾਜਪਾ ਹੀ ਲੈ ਲਓ, ਤਾਂ ਉਹਨਾਂ ਦੇ ਜਿਹੜੇ ਦਿੱਗਜ ਲੀਡਰ ਸੀਗੇ ਉੱਥੇ ਚੋਣ ਪ੍ਰਚਾਰ ਦੇ ਵਿੱਚ ਪਹੁੰਚੇ ਆ। ਹੁਣ ਜੇ ਕਾਂਗਰਸ ਦਾ ਪੱਖ ਲੈ ਲਿਆ ਜਾਵੇ ਤਾਂ ਕਾਂਗਰਸ ਨੇ ਜਿਸ ਤਰੀਕੇ ਨਾਲ ਮਾਨਸਿਕ ਤੌਰ ਦੇ ਉੱਤੇ ਪਹਿਲਾਂ ਹੀ ਹਾਰ ਸਵੀਕਾਰ ਕਰ ਲਈ ਹੈ, ਉਸ ਨੂੰ ਵੇਖ ਕੇ ਐਂ ਲੱਗਦਾ ਹੈ ਵੀ ਇੱਦਾਂ ਜੋ ਇਹ ਕਰਦੇ ਪਏ ਆ ਕਿ ਪਹਿਲਾਂ ਜੋ ਅਸੀਂ ਮਨ ਦੇ ਵਿੱਚ ਧਾਰ ਲਿਆ ਨਾ ਉਹੀ ਹੋ ਕੇ ਰਹਿੰਦੀ ਆ। ਫਿਰ ਕਾਂਗਰਸ ਦੇ ਨਾਲ ਉਹੀ ਹੋਇਆ ਕਿ ਕਾਂਗਰਸ ਜਿਹੜੀ ਹੈ ਉਹ ਉੱਥੇ ਗੁਜਰਾਤ ਦੇ ਵਿੱਚ ਚੋਣਾਂ ਜਿਹੜੀਆਂ ਇਸ ਵਾਰੀ ਉਹ ਹਾਰ ਚੁੱਕੀ ਹੈ। ਤਾਂ ਕਾਂਗਰਸ ਨੇ ਜਿਸ ਤਰੀਕੇ ਇਸ ਰਣਨੀਤੀ ਬਣਾਉਣ ਤੋਂ ਭੱਜੀ ਹੈ ਉਹ ਹੁਣ ਕਾਂਗਰਸ ਹੀ ਬਿਹਤਰ ਜਾਣਦੀ ਹੈ ਵੀ ਅਜਿਹੇ ਕੀ ਕਾਰਨ ਨਜ਼ਰ ਆ ਗਏ ਸੀਗੇ। ਹਾਲਾਂਕਿ ਇਸ ਦੇ ਬਾਵਜੂਦ ਅਗਰ ਆਪ ਪਾਰਟੀ ਦੀ ਗੱਲਬਾਤ ਕੀਤੀ ਜਾਵੇ ਤਾਂ ਸਾਡੇ ਸੀਐਮ ਭਗਵੰਤ ਮਾਨ ਹੋਣੀ ਜਿਹੜੇ ਕਿ ਆਪ ਪਾਰਟੀ ਦੇ ਨਾਲ ਜੁੜ ਕੇ ਪੰਜਾਬ ਦੀ ਸੱਤਾ ਦੇ ਵਿੱਚ ਆਏ ਹੈ, ਅਰਵਿੰਦ ਕੇਜਰੀਵਾਲ ਜਿਹੜੇ ਕਿ ਸੁਪਰੀਮੋ ਆ ਆਪ ਦੇ ਔਰ ਦਿੱਲੀ ਦੇ ਮੁੱਖ ਮੰਤਰੀ ਆ, ਉਹਨਾਂ ਦੇ ਨਾਲ ਜਾ ਕੇ ਜਿਸ ਤਰੀਕੇ ਨਾਲ ਚੋਣ ਪ੍ਰਚਾਰ ਉਹ ਕਰਦੇ ਰਹੇ ਆ, ਉਸ ਨੂੰ ਵੇਖ ਕੇ ਐਂ ਲੱਗਦਾ ਹੈ ਕਿ ਇਹ ਕੋਸ਼ਿਸ਼ਾਂ ਹੁੰਦੀਆਂ ਨੇ ਅਸੀਂ ਰਣ ਜਿੱਤਣਾ ਹੈ। ਜੇ ਰਣ ਜਿੱਤਣਾ ਹੋਵੇ ਤਾਂ ਕਹਿੰਦੇ ਯੁੱਧ ਲੜਨੇ ਪੈਂਦੇ ਆ, ਤੇ ਯੁੱਧ ਜੇ ਲੜੋਗੇ ਤਾਂ ਰਣ ਤਾਂ ਹੀ ਜਿੱਤਿਆ ਜਾ ਸਕਦਾ। ਫੈਸਲਾ ਤਾਂ ਹੋਣਾ ਹੀ ਹੈ ਨਾ। ਜੇ ਰਣ ਦੇ ਵਿੱਚ ਆਓਗੇ, ਜੇ ਰਣ ਦੇ ਵਿੱਚ ਤੁਸੀਂ ਉਤਰੇ ਹੀ ਨਹੀਂ ਤਾਂ ਫਿਰ ਉਹ ਫੈਸਲਾ ਕਿਵੇਂ ਹੋ ਸਕਦਾ? ਫਿਰ ਜੇ ਰਣ 'ਚ ਉਤਰੋਗੇ, ਯੁੱਧ ਲੜੋਗੇ, ਫਿਰ ਹੀ ਪਤਾ ਲੱਗੂ ਨਾ ਫੈਸਲੇ ਦਾ, ਹਾਰ ਜਿੱਤ ਦਾ ਵੀ ਹਾਰ ਹੋਈ ਆ ਕਿ ਜਿੱਤ ਹੋਈ ਆ। ਪਰ ਹੁਣ ਇਹ ਪਹਿਲਾਂ ਹੀ ਕਹਿੰਦੇ ਢਹਿ ਢੇਰੀ ਹੋ ਗਈ। ਤਾਂ ਇੱਥੇ ਭਾਜਪਾ ਦੀ ਜਿਹੜੀ ਗੁਜਰਾਤ ਵਿੱਚ ਜਿੱਤ ਵਿੱਚ ਇੱਕ ਹੋਰ ਅਹਿਮ ਪੱਖ ਇਹ ਵੀ ਹੈ ਕਿ ਇਹ ਜਿੱਤ ਸਿਰਫ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਵੋਟਾਂ ਵੰਡੇ ਜਾਣ ਕਾਰਨ ਨਹੀਂ ਹੋਈ, ਸਗੋਂ ਭਾਜਪਾ ਦੇ ਵੋਟ ਬੈਂਕ ਵਿੱਚ ਵੀ ਵਾਧਾ ਹੋਇਆ। ਇਹ ਹੈਰਾਨੀ ਦੀ ਗੱਲ ਆ। ਦੇਖੋ ਜਿੰਨਾ ਉੱਥੇ ਲੱਗ ਰਿਹਾ ਸੀਗਾ, ਤੇ ਇੱਥੇ ਥੋੜ੍ਹੇ ਜਿਹੇ ਅੰਕੜਿਆਂ ਦੇ ਉੱਤੇ ਨਿਗਾਹ ਮਾਰ ਲੈਂਦੇ ਹਾਂ ਕਿ 2017 ਦੀਆਂ ਚੋਣਾਂ ਵਿੱਚ ਭਾਜਪਾ ਨੇ 49% ਵੋਟਾਂ ਨਾਲ 90 ਸੀਟਾਂ ਜਿੱਤੀਆਂ। ਇਸ ਵਾਰ ਭਾਜਪਾ ਨੂੰ 52.5% ਵੋਟਾਂ ਮਿਲੀਆਂ ਨੇ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਭਾਜਪਾ ਦੀ ਰਣਨੀਤੀ ਜਿਹੜੀ ਹੈ ਗੁਜਰਾਤ ਵਿੱਚ ਪੂਰੀ ਤਰ੍ਹਾਂ ਨਾਲ ਕਾਮਯਾਬ ਹੈ। ਇਹਨਾਂ ਚੋਣਾਂ ਦੌਰਾਨ ਭਾਜਪਾ ਆਗੂਆਂ ਨੇ 2002 ਦੇ ਦੰਗਿਆਂ ਨੂੰ ਫੇਰ ਉਤਾਰਦਿਆਂ ਕਿਹਾ ਕਿ ਉਸ ਸਮੇਂ ਦੰਗਾ ਕਰਨ ਵਾਲਿਆਂ ਨੂੰ ਸਬਕ ਸਿਖਾਇਆ ਗਿਆ ਸੀ। ਇਸ ਤਰ੍ਹਾਂ ਵੋਟਾਂ ਦੇ ਧਰੂਵੀਕਰਨ ਨੂੰ ਹੋਰ ਮਜ਼ਬੂਤ ਕੀਤਾ ਗਿਆ। ਗੁਜਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਜੱਦੀ ਸੂਬਾ ਆ। ਹੋਰ ਮੁੱਦਿਆਂ ਦੇ ਨਾਲ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਦੇ ਗੁਜਰਾਤੀ ਹੋਣ ਦੇ ਗੌਰਵ ਨੂੰ ਵੀ ਉਭਾਰਿਆ ਗਿਆ ਆ। ਗੁਜਰਾਤ ਦੇ ਇਤਿਹਾਸ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਇਹ ਕਿਸੇ ਪਾਰਟੀ ਦੀ ਸਭ ਤੋਂ ਵੱਡੀ ਜਿੱਤ ਹੈ, ਤੇ ਇਸ ਤੋਂ ਪਹਿਲਾਂ 1985 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ 149 ਸੀਟਾਂ ਜਿੱਤੀਆਂ ਸੀ। ਗੁਜਰਾਤ ਵਿੱਚ ਭਾਜਪਾ ਦੀ ਜਿਹੜੀ ਰਣਨੀਤੀ ਹੈ ਉਹ ਕਾਫੀ ਗੁੰਝਲਦਾਰ ਹੈ। ਹੁਣ ਨਰਿੰਦਰ ਮੋਦੀ ਤੇ ਚਾਹੇ ਜਿਹੜੇ ਗ੍ਰਹਿ ਮੰਤਰੀ ਹੈ ਉਹਨਾਂ ਦਾ ਜੱਦੀ ਸੂਬਾ ਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦਾ ਇਹ ਜੱਦੀ ਸੂਬਾ ਆ, ਔਰ
ਇਹੀ ਉਹ ਸੂਬਾ ਆ ਜਿੱਥੇ ਸਭ ਤੋਂ ਵੱਧ ਜਿਹੜੇ ਆ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਲੋਕ ਆ ਉੱਥੇ ਆ, ਔਰ ਉੱਥੇ ਹੀ ਜੇ ਕਹਿ ਦਈਏ ਕਿ ਹੀਰਿਆਂ ਦੇ ਵੱਡਾ ਇਹ ਕਾਰੋਬਾਰ ਇਸ ਜਗ੍ਹਾ 'ਤੇ ਆ। ਹੋਰ ਬਹੁਤ ਸਾਰੀਆਂ ਦੇਸ਼ ਦੀਆਂ ਨਾਮੀ ਕੰਪਨੀਆਂ ਜਿਹੜੀਆਂ ਨੇ ਉਹ ਗੁਜਰਾਤ ਤੋਂ ਚੱਲਦੀਆਂ ਨੇ, ਔਰ ਅਮੀਰੀ ਬੜੀ ਆ ਗੁਜਰਾਤ ਦੇ ਵਿੱਚ। ਇਸ ਕਰਕੇ ਜੇ ਨਰਿੰਦਰ ਮੋਦੀ ਉੱਥੇ ਬਤੌਰ ਮੁੱਖ ਮੰਤਰੀ ਪਹਿਲਾਂ ਰਹੇ ਆ, ਅਤੇ ਉਹਨਾਂ ਨੇ ਕਾਫੀ ਇਹ ਕੰਮ ਕਰਾਏ ਆ। ਔਰ ਜੇ ਤੁਸੀਂ ਕਦੇ ਗੁਜਰਾਤ ਜਾਓ, ਅਹਿਮਦਾਬਾਦ ਤੋਂ ਲੈ ਕੇ ਭੁਜ ਤੋਂ ਲੈ ਕੇ ਇਹ ਜਿੰਨੇ ਵੀ ਜ਼ਿਲ੍ਹੇ ਇਹਨਾਂ ਦੇ, ਉੱਥੇ ਜਾ ਕੇ ਹੁਣ ਦੇ ਵਿਕਾਸ ਕਾਰਜ ਵੇਖੋ ਤਾਂ ਪਹਿਲਾਂ ਜਿਹੜਾ ਕਾਂਗਰਸ ਕਾਲ ਸੀਗਾ ਉਸ ਦੇ ਨਾਲੋਂ ਜਿਹੜੀ ਗੁਜਰਾਤ ਦੀ ਤਸਵੀਰ ਹੈ ਉਹ ਕਾਫੀ ਬਦਲੀ ਹੋਈ ਨਜ਼ਰ ਆਈ ਹੈ। ਔਰ ਉਹ ਸ਼ਹਿਰ ਦੇਖ ਕੇ ਉੱਥੋਂ ਦੇ ਜਿਹੜੇ ਹੈ ਉਹਨਾਂ ਨੂੰ ਵੇਖ ਕੇ ਮਤਲਬ ਬੜੀ ਹੈਰਾਨੀ ਹੁੰਦੀ ਹੈ ਕਿ ਕਿਸ ਤਰੀਕੇ ਦੇ ਨਾਲ ਉੱਥੇ ਪੈਸਾ ਜਿਹੜਾ ਆ ਉਹ ਲਗਾਇਆ ਗਿਆ ਆ, ਕਿਸ ਤਰੀਕੇ ਉੱਥੇ ਜਿਹੜਾ ਵਿਕਾਸ ਆ ਉਹ ਕੀਤਾ ਗਿਆ ਆ। ਅਤੇ ਇਸ ਨੂੰ ਲੈ ਕੇ ਵੀ ਇਸ ਵਾਰੀ ਭਾਜਪਾ ਦੇ ਕੋਲੇ ਏਜੰਡਾ ਸੀਗਾ ਵੀ ਦੇਖੋ ਅਸੀਂ ਦੇਸ਼ ਦੀ ਸੱਤਾ ਵਿੱਚ ਆਪਣੇ ਗੁਜਰਾਤ ਤੋਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਅਹੁਦੇ ਤੱਕ ਇਹ ਜਿਹੜੇ 2 ਰੁਤਬੇ ਵਾਲੇ ਵੱਡੇ ਰੁਤਬੇ ਵਾਲੇ ਜਿਹੜੇ ਆ ਉਹ ਉੱਥੇ ਪੁੱਜੇ ਆ, ਤਾਂ ਜ਼ਾਹਿਰ ਹੈ ਕਿ ਅਸੀਂ ਭਲਾ ਕਰਾਂਗੇ। ਇਸ ਮਾਮਲੇ ਨੂੰ ਲੈ ਕੇ ਵੀ ਉਹਨਾਂ ਨੇ ਇਸ ਵਾਰੀ ਦੇ ਚੋਣ ਮੈਨੀਫੈਸਟੋ ਦੇ ਵਿੱਚ ਕਾਫੀ ਸਾਰੇ ਜਿਹੜੇ ਐਲਾਨ ਸੀਗੇ ਉਹ ਕੀਤੇ ਆ। ਔਰ ਦੇਖਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਾਂ JP ਨੱਡਾ ਜਿਹੜੇ ਕਿ ਇਹਦੇ ਭਾਜਪਾ ਦੇ ਕੌਮੀ ਪ੍ਰਧਾਨ ਨੇ ਹੈ ਨਾ, ਉਹਨਾਂ ਦੇ ਵੱਲੋਂ ਜਿਹੜੀ ਕੋਸ਼ਿਸ਼ ਸੀਗੀ ਕਿ ਉਹ ਜਾ ਕੇ ਚੋਣ ਪ੍ਰਚਾਰ ਜਿਹੜਾ ਆ ਲਗਾਤਾਰ ਕਰਦੇ ਰਹੇ ਨੇ। ਤਾਂ 2002 ਦੇ ਵਿੱਚ ਜਿਹੜਾ ਗੋਧਰਾ ਦਾ ਪੰਗਾ ਪਿਆ ਸੀਗਾ, ਇਸ ਨੂੰ ਕੈਸ਼ ਕਰਾਉਣ ਦੀ ਕੋਸ਼ਿਸ਼ ਵੀ ਦੂਜੀਆਂ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਸੀਗੀ। ਔਰ ਇਹ ਗੱਲ ਕੀਤੀ ਜਾ ਰਹੀ ਸੀ ਕਿ ਜਿਨ੍ਹਾਂ ਦੀ ਪਾਰਟੀ ਕਰਕੇ, ਕਿਉਂਕਿ ਭਾਜਪਾ ਦਾ ਰਾਜ ਸੀ ਉਸ ਵੇਲੇ ਵੀ, ਅਤੇ ਜਿਨ੍ਹਾਂ ਦੀ ਪਾਰਟੀ ਕਰਕੇ ਇਹ ਕਾਂਡ ਹੋਇਆ ਸੀ ਉਹਨਾਂ ਨੂੰ ਸਬਕ ਸਿਖਾਇਆ ਜਾਊਗਾ। ਪਰ ਜਿੰਨੀਆਂ ਗੱਲਾਂ, ਜਿੱਡੇ ਦਾਅਵੇ, ਚਾਹੇ ਉਹ ਆਪ ਦੇ ਸੀਗੇ ਚਾਹੇ ਉਹ ਕਾਂਗਰਸ ਦੇ ਸੀਗੇ, ਜਿੰਨਾ ਕੁ ਉਹਨਾਂ ਨੇ ਚੋਣ ਪ੍ਰਚਾਰ ਕੀਤਾ ਆ, ਪਰ ਉਹ ਦਾਅਵਿਆਂ ਦੀ ਸਾਰੀ ਫੂਕ ਜਿਹੜੀ ਆ ਨਿਕਲ ਗਈ ਆ। ਹੁਣ ਜਿਹੜੀ ਹਕੀਕਤ ਹੈ ਉਹ ਬਿਹਤਰ ਭਾਜਪਾ ਹੀ ਜਾਣਦੀ ਹੈ ਕਿ ਕਿਸ ਤਰੀਕੇ ਨਾਲ 24 ਸਾਲਾਂ ਬਾਅਦ ਫਿਰ ਜਿਹੜੀ ਆ ਅਗਲੇ 5 ਸਾਲਾਂ ਲਈ ਉਹ ਸੱਤਾ ਦੇ ਉੱਤੇ ਕਾਬਜ਼ ਹੋਈ ਆ। ਕਿਉਂਕਿ ਅੱਜ ਜਦੋਂ ਤੱਕ ਮੈਂ ਤੁਹਾਡੇ ਨਾਲ ਖਬਰ ਸਾਂਝੀ ਕਰਦਾ ਤਾਂ ਹੋ ਸਕਦਾ ਹੈ ਕਿ ਅੱਜ ਮੁੱਖ ਮੰਤਰੀ ਜਿਹੜੇ ਆ ਗੁਜਰਾਤ ਦੇ, ਉਹਨਾਂ ਨੂੰ ਉਹਨਾਂ ਦੇ ਅਹੁਦੇ ਦੀ ਸਹੁੰ ਜਿਹੜੀ ਆ ਉਹ ਚੁਕਾਈ ਜਾਵੇ ਜਦੋਂ ਤੱਕ ਤੁਹਾਡੇ ਤੱਕ ਇਹ ਗੱਲ ਪਹੁੰਚੂਗੀ। ਤਾਂ ਇਸ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੂੰਗਾ ਕਿ 2014 ਦੇ ਵਿੱਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ 3 ਮੁੱਖ ਮੰਤਰੀ ਹੁਣ ਤੱਕ ਉੱਥੋਂ ਬਦਲੇ ਗਏ ਆ। ਬਹੁਤ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਗਈਆਂ। ਇਸ ਤਰ੍ਹਾਂ ਪਾਰਟੀ ਨਰਿੰਦਰ ਮੋਦੀ ਦੇ ਮਜ਼ਬੂਤੀ ਵਾਲਿਆ ਜਿਹੜਾ ਅਕਸ ਸੀ ਅਤੇ ਜਥੇਬੰਦਕ ਤਾਕਤ ਦੇ ਆਧਾਰ 'ਤੇ ਚੋਣ ਲੜਦੀ ਹੈ। ਇਹਨਾਂ ਚੋਣਾਂ ਵਿੱਚ ਆਪ ਨੂੰ 13% ਅਤੇ 5 ਸੀਟਾਂ ਮਿਲੀਆਂ ਨੇ, ਜਿਸ ਨਾਲ ਉਹ ਕੌਮੀ ਪਾਰਟੀ ਬਣ ਗਈ। ਜਿਸ ਵਿੱਚ ਜ਼ਾਹਿਰ ਹੈ ਕਿਉਂਕਿ ਪਹਿਲੀ ਵਾਰੀ ਆਪ ਉੱਥੇ ਐਂਟਰੀ ਕਰਦੀ ਹੈ, ਇਸ ਦੇ ਬਾਵਜੂਦ ਵੀ ਇਹਨੂੰ ਵੱਡੇ ਮਾਰਕਾ ਮੰਨਿਆ ਜਾ ਸਕਦਾ ਹੈ। ਕਿਉਂਕਿ ਭਾਜਪਾ ਦੇ ਐਡੇ ਵੱਡੇ ਗੜ੍ਹ ਦੇ ਵਿੱਚ ਸੰਨ ਲਾਉਣੀ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਹੁੰਦੀ ਗੀ, ਇਹ ਬਹੁਤ ਵੱਡੀ ਪ੍ਰਾਪਤੀ ਹੈ ਆਪ ਦੀ। ਤਾਂ ਵੱਡੇ ਦਾਅਵਿਆਂ 'ਤੇ ਪੂਰੀ ਤਰ੍ਹਾਂ ਤਾਕਤ ਲਗਾਉਣ ਦੇ ਬਾਵਜੂਦ ਭਾਜਪਾ ਹਿਮਾਚਲ ਪ੍ਰਦੇਸ਼ ਵਿੱਚ ਜਿਹੜੀ ਆ ਉਹ ਨਹੀਂ ਜਿੱਤ ਸਕੀ। ਕਾਂਗਰਸ ਨੂੰ 40 ਅਤੇ ਭਾਜਪਾ ਨੂੰ 25 ਹਲਕਿਆਂ ਵਿੱਚ ਸਫਲਤਾ ਜਿਹੜੀ ਹੈ ਮਿਲੀ ਹੈ। ਭਾਜਪਾ ਦੀ ਹਾਰ ਦਾ ਕਾਰਨ ਪਾਰਟੀ ਅੰਦਰਲੀ ਧੜੇਬਾਜ਼ੀ ਅਤੇ ਬਾਗੀ ਉਮੀਦਵਾਰਾਂ ਦਾ ਖੜੇ ਹੋਣਾ ਆ। ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਵਿੱਚ ਵੀ ਸੰਗਠਿਤ ਤਰੀਕੇ ਨਾਲ ਚੋਣ ਮੁਹਿੰਮ ਨਹੀਂ ਚਲਾਈ, ਪਰ ਉਸ ਦੀ ਜਿੱਤ ਇਹ ਸਿੱਧ ਕਰਦੀ ਹੈ ਕਿ ਭਾਜਪਾ ਦਾ ਇਹ ਕਹਿਣਾ ਸਹੀ ਨਹੀਂ ਹੈ ਕਿ ਲੋਕਾਂ ਨੇ ਕੌਮੀ ਪੱਧਰ 'ਤੇ ਉਸ ਨੂੰ ਇੱਕੋ ਇੱਕ ਬਦਲ ਵਜੋਂ ਸਵੀਕਾਰ ਕਰ ਲਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਜਪਾ ਦੀ ਗੁਜਰਾਤ ਜਿੱਤ ਬਹੁਤ ਵਿਆਪਕ ਅਤੇ ਵੱਡੇ ਸਿਆਸੀ ਮਾਮਲਿਆਂ ਵਾਲੀ ਹੈ, ਪਰ ਇਹ ਵੀ ਹਕੀਕਤ ਹੈ ਇਹਨਾਂ 2 ਦਿਨਾਂ ਦੌਰਾਨ ਭਾਜਪਾ ਨੂੰ ਗੁਜਰਾਤ ਵਿੱਚ ਕਾਮਯਾਬੀ ਮਿਲੀ ਹੈ, ਜਦੋਂ ਕਿ 2 ਸੂਬਿਆਂ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਕਿਉਂਕਿ 17 ਸਾਲਾਂ ਬਾਅਦ ਜਿਹੜਾ ਆ ਆਪ ਨੇ ਉੱਥੋਂ ਇਹਨਾਂ ਦਾ ਸੂਪੜਾ ਜਮ੍ਹਾਂ ਸਾਫ਼ ਕਰਤਾ ਆ। ਭਾਜਪਾ ਦਾ ਮਨਜਿੰਦਰ ਸਿਰਸੇ ਵਰਗਿਆਂ ਨੂੰ ਇਹਨਾਂ ਨੇ ਅੱਗੇ ਕਰਕੇ ਸਟਾਰ ਪ੍ਰਚਾਰਕ ਬਣਾਇਆ ਸੀਗਾ, ਅਤੇ ਮਨਜਿੰਦਰ ਸਿਰਸੇ ਦੀ ਜੋ ਹਾਲਾਤ ਉੱਥੇ ਬਣੇ ਹੋਏ ਆ ਉਸ ਨੂੰ ਲੈ ਕੇ ਆਮ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਘੇਰਦੀਆਂ ਨਜ਼ਰ ਆਈਆਂ ਨੇ। ਖਾਸ ਤੌਰ ਦੇ ਉੱਤੇ ਉੱਥੋਂ ਚਾਹੇ ਉਹ ਮਨਜੀਤ ਸਿੰਘ GK ਹੋਣ ਜਾਂ ਸਰਨਾ ਭਰਾ ਹੋਣ, ਉਹ ਘੇਰਦੇ ਆ। ਇਸ ਕਰਕੇ ਜਿਹੜੀ ਸਿੱਖ ਵੋਟ ਆ ਉਹ ਵੀ ਭਾਜਪਾ ਨੂੰ ਇਸ ਵਾਰੀ ਜਿਹੜੀਆਂ ਉੱਥੇ ਮਿਊਨਿਸਪਲ ਜਿਹੜੀਆਂ ਵੋਟਾਂ ਹੋਈਆਂ ਨੇ ਦਿੱਲੀ ਦੀਆਂ, ਉਹਦੇ ਵਿੱਚ ਉਹ ਵੋਟ ਸਿੱਖਾਂ ਦੀ ਪਈ ਨਹੀਂ, ਇਹ ਵੀ ਕਾਰਨ ਰਿਹਾ। ਤਾਂ ਆਪ ਦੀ ਕੌਮੀ ਪਾਰਟੀ ਬਣਨ ਨਾਲ ਹੁਣ ਜਿਹੜੀਆਂ
ਪਾਰਟੀ ਹੋਰ ਸੂਬਿਆਂ ਵਿੱਚ ਵੀ ਆਪਣੀ ਜਿਹੜੀ ਹੈ ਇਹ ਕਿਸਮਤ ਅਜਮਾਊਗੀ। ਇਹ ਦੇਖਿਆ ਗਿਆ ਕਿ ਆਪ ਦੀ ਕਾਮਯਾਬੀ ਕਾਂਗਰਸ ਦੇ ਵੋਟ ਬੈਂਕ ਦਾ ਇੱਕ ਹਿੱਸਾ ਆਪਣੇ ਵੱਲ ਖਿੱਚਣ ਦੇ ਉੱਤੇ ਨਿਰਭਰ ਕਰਦੀ ਹੈ। ਇਸ ਤਰਕ ਅਨੁਸਾਰ ਆਪ ਜਿਹੜੀ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਦੇ ਵਿੱਚ ਚੋਣ ਮੈਦਾਨ ਵਿੱਚ ਕੁੱਦ ਸਕਦੀ ਹੈ। ਉਹਨਾਂ ਦਾ ਇਹਨਾਂ ਸੂਬਿਆਂ ਵਿੱਚ ਚੋਣਾਂ ਲੜਨਾ ਕਾਂਗਰਸ ਨੂੰ ਕਾਫੀ ਨੁਕਸਾਨ ਪਹੁੰਚਾ ਸਕਦਾ ਹੈ। ਹੁਣ ਜੇ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਖਿੰਡੀ ਹੋਈ ਅਤੇ ਦਿਸ਼ਾਹੀਣ ਦਿਖਾਈ ਦਿੰਦੀ ਹੈ। ਕਾਂਗਰਸ ਦਾ ਦਾਅਵਾ ਆ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਇੱਕ ਨਵੀਂ ਤਰ੍ਹਾਂ ਦੀ ਸਿਆਸਤ ਪੈਦਾ ਕਰ ਰਹੀ ਹੈ। ਪਰ ਸਵਾਲ ਇਹ ਹੈ ਕਿ ਅਜਿਹੀ ਸਿਆਸਤ ਕਰਨ ਪਾਰਟੀਆਂ ਨੂੰ ਵੋਟਾਂ ਪੈਂਦੀਆਂ ਆ ਜਾਂ ਨਹੀਂ। ਕਾਂਗਰਸ ਦਾ ਜਥੇਬੰਦਕ ਢਾਂਚਾ ਹਰ ਸੂਬੇ ਵਿੱਚ ਮੌਜੂਦ ਹੈ, ਪਰ ਮੌਜੂਦਾ ਹਾਲਾਤ ਵਿੱਚ ਉਹ ਭਾਜਪਾ ਦਾ ਸਾਹਮਣਾ ਕਰਨ ਦੀ ਸਮਰੱਥਾ ਨਹੀਂ ਰੱਖਦੀ। ਸਿਆਸੀ ਮਾਹਿਰਾਂ ਅਨੁਸਾਰ ਗੁਜਰਾਤ ਦੇ ਚੋਣ ਨਤੀਜੇ ਦੋਸਤੋ ਇਹ ਦਰਸਾਉਂਦੇ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਜਿਹੜੀ ਜਿੱਤ ਹੈ ਉਹ ਲਗਭਗ ਤੈਅ ਹੈ। ਕੇਂਦਰੀ ਬਜਟ ਵਿੱਚ ਸਿਹਤ ਤੇ ਸਿੱਖਿਆ ਦੀ ਗੱਲ ਜੇ ਕਰੀਏ ਤਾਂ ਅੱਜ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਲੋੜ ਹੈ ਉਹ ਇਹ ਹੈ ਕਿ ਸਿਹਤ ਔਰ ਸਿੱਖਿਆ ਜਿਸ ਦੇਸ਼ ਕੌਮ ਸਮਾਜ ਦੇ ਵਿੱਚ ਨਹੀਂ ਉਹਨੂੰ ਪਹਿਲ ਦੇ ਆਧਾਰ ਦੇ ਉੱਤੇ ਸਰਕਾਰਾਂ ਲੈਂਦੀਆਂ ਤਾਂ ਉਹ ਦੇਸ਼ ਜਿਹੜਾ ਆ ਉਹ ਕਦੇ ਤਰੱਕੀ ਨਹੀਂ ਕਰ ਸਕਦਾ ਗਾ। ਹੁਣ ਜੇ ਸਿੱਖਿਆ ਨਹੀਂ ਤਾਂ ਗਾਂ ਤਰੱਕੀ ਕਿਵੇਂ ਕਰੋਗੇ? ਜੇ ਸਿਹਤ ਨਹੀਂ ਤਾਂ ਜੇ ਇਕੱਲੀ ਸਿੱਖਿਆ ਹੋਊਗੀ, ਸਿਹਤ ਨਹੀਂ ਹੈਗੀ ਤਾਂ ਪੱਲੇ ਤੇ ਫਿਰ ਪੜ੍ਹਾਈ ਕਿਵੇਂ ਕਰੋਗੇ? ਇਸ ਕਰਕੇ ਸਭ ਤੋਂ ਜ਼ਿਆਦਾ ਕਦੇ ਅਸੀਂ ਕਹਿੰਦੇ ਹੁੰਦੇ ਸੀ ਨਾ ਵੀ ਕੁੱਲੀ ਗੁੱਲੀ ਤੇ ਜੁੱਲੀ ਦੀਆਂ ਲੋੜਾਂ ਜਿਹੜੀਆਂ ਆ ਉਹ ਜ਼ਰੂਰਤ ਹੈ, ਪਰ ਇਹਨਾਂ ਵਿੱਚ ਹੁਣ ਜੇ ਇਸ ਗੱਲ ਨੂੰ ਵੀ ਪੁਖਤਾ ਕੀਤਾ ਜਾਵੇ ਕਿ ਆਜ਼ਾਦੀ ਦੇ 75ਵੇਂ ਇਸ ਅੰਮ੍ਰਿਤ ਮਹਾਉਤਸਵ ਨੂੰ ਮਨਾਉਣ ਦੀਆਂ ਪੂਰੇ ਦੇਸ਼ ਭਰ ਦੇ ਵਿੱਚ ਚਰਚੇ ਛਿੜੇ ਆ, ਪਰ ਇਸ ਮੌਕੇ ਜਿਹੜੀਆਂ ਵੱਡੀਆਂ ਗੱਲਾਂ ਆ ਅੱਜ ਜਿਹੜੀਆਂ ਲੋੜ ਜਾਪਦੀਆਂ ਭਾਸਦੀਆਂ ਆ ਉਹ ਇਹੀ ਹੈ ਕਿ ਦੇਸ਼ ਦੇ ਵਿੱਚ ਜਿਹੜੀ ਸਿੱਖਿਆ ਆ ਪ੍ਰਣਾਲੀ ਹੈ ਅਤੇ ਸਿਹਤ ਪ੍ਰਣਾਲੀ ਹੈ ਉਸ ਨੂੰ ਵਿਕਸਿਤ ਕਰਨਾ ਬੇਹੱਦ ਹੁਣ ਦੇ ਸਮੇਂ ਦੀ ਅਹਿਮ ਜਿਹੜੀ ਲੋੜ ਹੈ, ਕਿਉਂਕਿ ਭਾਰਤ ਲਈ ਇਹ ਚੀਜ਼ਾਂ ਬਹੁਤ ਜ਼ਰੂਰਤ ਵਾਲੀਆਂ ਨੇ, ਕਿਉਂਕਿ ਹਜੇ ਤੱਕ ਲੋਕਾਂ ਨੂੰ ਸਹੀ ਸਿੱਖਿਆ ਜਿਹੜੀ ਹੈ ਪੂਰੇ ਦੇਸ਼ ਭਰ ਦੀ ਅਗਰ ਗੱਲ ਕੀਤੀ ਜਾਵੇ ਤਾਂ ਸਾਰਿਆਂ ਤੱਕ ਸਿੱਖਿਆ ਜਿਹੜੀ ਨਹੀਂ ਪੁੱਜੀ, ਸਾਰਿਆਂ ਨੂੰ ਜਿਹੜੀ ਹੈ ਸਿੱਖਿਆ ਲੈਣ ਦਾ ਜਿਹੜਾ ਮੌਕਾ ਆ ਉਹ ਨਹੀਂ ਮਿਲਦਾ। ਇਸ ਤਰੀਕੇ ਲੱਖਾਂ ਲੋਕ ਜਿਹੜੇ ਆ ਉਹ ਬਿਨਾਂ ਸਿਹਤ ਸਹੂਲਤਾਂ ਦੇ ਮਰ ਜਾਂਦੇ ਆ। ਤਾਂ ਇੱਕ ਤਾਂ ਇਹ ਹੈ ਸੰਕਟ ਵਿੱਚ ਘਿਰੀ ਹੋਈ ਜਿਹੜੀ ਆਲਮੀ ਅਰਥ ਵਿਵਸਥਾ ਵਿੱਚ ਆਰਥਿਕ ਸ਼ਕਤੀ ਵਜੋਂ ਇਸ ਦਾ ਨਿਰੰਤਰ ਅੱਗੇ ਵਧਣਾ ਭਾਰਤ ਦਾ, ਇਸ ਕਰਕੇ ਵੀ ਇਹ ਗੱਲਾਂ ਨਿਸ਼ਚਿਤ ਹੋਣੀਆਂ ਆ। ਦੂਜਾ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਨਿਰੰਤਰ ਦਬਦਬਾ ਕਾਇਮ ਹੋਣਾ, ਇਸ ਦੀਆਂ ਚੋਣਾਂ ਵਿੱਚ ਜਿੱਤ ਯਕੀਨੀ ਹੈ। ਜੇ ਕਿਸੇ ਕਾਰਨ ਅਜਿਹਾ ਨਾ ਵੀ ਹੋਵੇ ਤੇ ਭਾਵੇਂ ਚੋਣਾਂ ਵਿੱਚ ਸਫਲਤਾ ਤੋਂ ਬਾਅਦ ਸੱਤਾ ਉੱਤੇ ਕਾਬਜ਼ ਹੋਣ ਲਈ ਪੁੱਠੇ ਸਿੱਧੇ ਰਾਹ ਅਪਣਾਉਣਾ। ਦੂਜੀ ਗੱਲ ਦਾ ਇੱਕ ਉਪ ਹਿੱਸਾ ਆ ਕਿ ਭਾਜਪਾ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਵੱਧ ਰਹੀ ਨਿਰਭਰਤਾ। ਇਹ ਲਗਭਗ ਕਾਂਗਰਸ ਅਤੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪੱਧਰ ਵਾਲੀ ਹੀ ਗੱਲ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੁਹਾਰਤ ਤੇ ਚੋਣ ਪ੍ਰਬੰਧਨ ਦੇ ਵਿੱਚ ਹੈ। ਉਹ ਵੱਡੇ ਪੱਧਰ ਤੇ ਵੋਟਾਂ ਬਟੋਰਨ ਵਾਲੇ ਗ੍ਰਹਿ ਮੰਤਰੀ ਬਣ ਗਏ ਨੇ। ਕਦੇ ਕਦੇ ਕਹਿੰਦੇ ਜਦੋਂ ਕੋਈ ਚੀਜ਼ ਨਿਸ਼ਚਿਤ ਪ੍ਰਤੀਤ ਹੁੰਦੀ ਹੈ ਤਾਂ ਕੋਈ ਅਣਕਿਆਸਿਆ ਅਚੰਭਾ ਹੋ ਜਾਂਦਾ ਹੈ। ਜਿਵੇਂ ਸ਼ੀ ਜਿਨਪਿੰਗ ਨੇ ਹਾਲ ਹੀ ਵਿੱਚ ਚੀਨ ਅਤੇ ਇਰਾਨ ਵਿੱਚ ਆਇਤੁੱਲਾ ਨੇ ਕੀਤਾ ਆ। ਇਹਨਾਂ 'ਤੇ ਨਿਗਾਹ ਮਾਰਾਂਗੇ ਕਿ ਇਸੇ ਸਾਲ ਅਕਤੂਬਰ ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਦੇ ਇੱਕ ਤਾਕਤਵਰ ਸ਼ਖਸ ਸ਼ੀ ਜਿਨਪਿੰਗ ਨੇ ਨੈਸ਼ਨਲ ਪੀਪਲਜ਼ ਕਾਂਗਰਸ ਦੀ ਵਰਤੋਂ ਚੀਨ ਦੇ ਏਜੰਡੇ ਦੇ ਨਾਲ ਫੈਸਲਾ ਕਰਨ ਵਾਲਿਆਂ ਵਿੱਚ ਆਪਣੀ ਪਸੰਦੀਦਾ ਲੋਕ ਸ਼ਾਮਲ ਕਰਨ ਲਈ ਕੀਤੀ ਸੀ। ਫਿਰ ਸਿਨਕਿਆਂਗ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗਣ ਨਾਲ ਲਗਭਗ 1 ਦਰਜਨ ਲੋਕਾਂ ਦੀ ਮੌਤ ਨੇ ਦੇਸ਼ ਭਰ ਵਿੱਚ ਵਿਰੋਧ ਦੀ ਜਵਾਲਾਂ ਨੂੰ ਭੜਕਾਇਆ। ਇਹ ਸਭ ਉਸ ਇੱਕ ਪਾਰਟੀ ਰਾਜ ਵਿੱਚ ਹੋਇਆ ਜਿਸ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਇਸ ਨੇ ਸੰਪੂਰਨ ਨਿਗਰਾਨੀ ਅਤੇ ਸਮਾਜਿਕ ਕੰਟਰੋਲ ਪ੍ਰਾਪਤ ਕਰ ਲਿਆ ਆ। ਕੁਝ ਪ੍ਰਦਰਸ਼ਨਕਾਰੀਆਂ ਨੇ ਤਾਂ ਸ਼ੀ ਜਿਨਪਿੰਗ ਨੂੰ ਅਹੁਦਾ ਛੱਡਣ ਲਈ ਵੀ ਕਹਿ ਦਿੱਤਾ ਆ। ਇਸੇ ਤਰ੍ਹਾਂ ਈਰਾਨ ਦੇ ਵਿੱਚ ਹੋਇਆ ਹੈ। ਹੁਣ ਈਰਾਨ ਜਿਹੜਾ ਆ ਉਸ ਦੇ ਵਿੱਚ 4 ਦਹਾਕਿਆਂ ਤੋਂ ਵੱਧ ਸਮੇਂ ਤੋਂ ਚੱਲਿਆ ਆ ਰਿਹਾ ਆਇਤੁੱਲਾ ਖੋਮੈਨੀ ਸ਼ਾਸਨ ਇੱਕ ਮੁਟਿਆਰ ਦੀ ਹਿਰਾਸਤ ਵਿੱਚ ਹੋਈ ਮੌਤ ਤੋਂ ਬਾਅਦ ਵਿਰੋਧ ਪ੍ਰਦਰਸ਼ਨਾਂ ਦੇ ਨਾਲ ਹਿੱਲ ਗਿਆ। ਉਂਝ ਜੇ ਗੱਲ ਕੀਤੀ ਜਾਵੇ ਇਹ ਸਾਰਾ ਕੁਝ ਨਾਗਰਿਕਤਾ ਅਤੇ ਖੇਤੀਬਾੜੀ ਨਾਲ ਜੁੜੇ ਕਾਰੋਬਾਰਾਂ ਬਾਰੇ ਨਵੇਂ ਕਾਨੂੰਨਾਂ ਖਿਲਾਫ ਭਾਰਤ ਵਿੱਚ ਲਗਾਤਾਰ ਹੋਏ ਬਹੁਤ ਵੱਡੇ ਵਿਰੋਧਾਂ ਤੋਂ ਵੱਖਰਾ ਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਨੂੰ ਦੋਵਾਂ ਤੋਂ ਰਣਨੀਤਿਕ ਤੌਰ ਦੇ ਉੱਤੇ ਟੇਢੇ ਮੇਢੇ ਢੰਗ ਨਾਲ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ।
ਅੱਜ ਹੋਰ ਸੰਘਰਸ਼ਾਂ ਦੀ ਸੰਭਾਵਨਾ ਮੌਜੂਦ ਹੈ। ਉਦਾਹਰਨ ਵਜੋਂ ਭਾਸ਼ਾ ਨੀਤੀ ਦਾ ਹੀ ਮਸਲਾ ਆ, ਕੇਂਦਰ ਸਰਕਾਰ ਅਤੇ ਸੁਪਰੀਮ ਕੋਰਟ ਵਿਚਕਾਰ ਤਣਾਅ ਆ ਤੇ ਗੈਰ ਭਾਜਪਾ ਸ਼ਾਸਿਤ ਰਾਜ ਸਰਕਾਰਾਂ ਨਾਲ ਵੱਖਰੇ ਤੌਰ ਤੇ ਤਣਾਅ ਦੇ ਵਿੱਚ ਆ, ਜਿਨ੍ਹਾਂ ਵਿਚਕਾਰ ਸਹਿਕਾਰੀ ਸੰਘਵਾਦ, ਜਿਹਨੂੰ ਅਸੀਂ ਕੋਆਪਰੇਟਿਵ ਫੈਡਰਲਿਜ਼ਮ ਵੀ ਕਹਿੰਦੇ ਆ, ਦੀ ਨਾਮ ਮਾਤਰ ਝਲਕ ਹੀ ਨਜ਼ਰ ਆਉਂਦੀ ਹੈ। ਇਸ ਤਰ੍ਹਾਂ ਦੀਆਂ ਚਿੰਤਾਵਾਂ ਨਾਲ ਮੋਦੀ ਸਰਕਾਰ ਦੇ ਸੁਤੰਤਰ ਆਵਾਜ਼ਾਂ ਨੂੰ ਆਪਣੇ ਅਧੀਨ ਕਰਨ ਦੇ ਟੀਚੇ ਤੋਂ ਰੁਕਣ ਦੀ ਫਿਲਹਾਲ ਕੋਈ ਸੰਭਾਵਨਾ ਨਹੀਂ ਹੈ, ਕਿਉਂਕਿ ਉਸਨੇ ਆਪਣੇ ਇੱਕ ਕਾਰੋਬਾਰੀ ਦੋਸਤ ਜਰੀਏ ਇੱਕ ਸੁਤੰਤਰ ਟੀਵੀ ਨਿਊਜ਼ ਚੈਨਲ ਦੇ ਉੱਤੇ ਤਕਰੀਬਨ ਕੰਟਰੋਲ ਪਾ ਲਿਆ ਆ। ਇਹ ਸਾਰਾ ਕੁਝ ਉਦੋਂ ਵੀ ਸਾਫ਼ ਦਿਸ ਰਿਹਾ ਸੀਗਾ ਜਦੋਂ ਸ਼ਾਸਨ ਸਿਸਟਮ ਦੇ ਹਰ ਪੜਾਅ, ਜਿਵੇਂ ਇਤਿਹਾਸ ਨੂੰ ਮੁੜ ਲਿਖਣਾ, ਦੇਖਿਆ ਤੁਸੀਂ ਭਾਜਪਾ ਦੇ ਰਾਜਕਾਲ 'ਚ ਇਹ ਗੱਲ ਕੀਤੀ ਜਾਂਦੀ ਸੀ ਕਿ ਬਈ ਜਿਹੜਾ ਇਤਿਹਾਸ ਆ ਅੰਗਰੇਜ਼ਾਂ ਦੇ ਜ਼ਮਾਨੇ ਦਾ ਬਣਿਆ ਹੋਇਆ, ਇਸ ਇਤਿਹਾਸ ਨੂੰ ਜਿਹੜਾ ਨਾ ਸਹੀ ਕਰਕੇ ਸੋਧ ਕੇ ਦੁਬਾਰਾ ਲਿਖਾਂਗੇ। ਮਤਲਬ ਬਹੁਤ ਸਾਰੀਆਂ ਚੀਜ਼ਾਂ ਇਹ ਵੀ ਅਸੀਂ ਦੇਖੀਆਂ ਆ ਕਿ ਜਦੋਂ ਦਾ ਭਾਜਪਾ ਸੱਤਾ ਵਿੱਚ ਆ ਦੇਸ਼ ਦੇ ਵਿੱਚ, ਉਸ ਤੋਂ ਬਾਅਦ ਲਗਾਤਾਰ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹੋਈਆਂ ਜਿਹੜੀਆਂ ਉਦੋਂ ਪਹਿਲਾਂ ਕਦੇ ਕਾਂਗਰਸ ਦਾ ਇੰਨਾ ਲੰਬਾ ਕਾਰਜਕਾਲ ਰਿਹਾ, ਅਸੀਂ ਇਤਿਹਾਸ ਪੜ੍ਹੇ ਆ, ਉਹਨਾਂ ਦੇ ਵਿੱਚ ਕਦੇ ਇਹੋ ਜਿਹੇ ਹਵਾਲੇ ਨਹੀਂ ਸੀਗੇ। ਔਰ ਬਹੁਤ ਸਾਰੇ ਲੋਕ ਭਾਜਪਾ ਨੇ ਇਹੋ ਜਿਹੇ ਅੱਗੇ ਲਿਆਂਦੇ ਆ ਜਿਨ੍ਹਾਂ ਦਾ ਪਹਿਲਾਂ ਕਦੇ ਨਾਂ ਹੀ ਨਹੀਂ ਸੁਣਿਆ ਸੀਗਾ, ਦੇਸ਼ ਦੇ ਵਿੱਚ ਪਤਾ ਹੀ ਨਹੀਂ ਸੀ ਵੀ ਇਹਨਾਂ ਨੇ ਕੀ ਵੱਡਾ ਮਾਰਕਾ ਮਾਰਿਆ। ਇਹ ਵੀ ਗੱਲਾਂ ਆ। ਤਾਂ ਇਸ ਕਰਕੇ ਹੋਇਆ ਕਿ ਇਸ ਇਤਿਹਾਸ ਦੀ ਜਿਹੜੀ ਮੈਂ ਗੱਲ ਕੀਤੀ ਹੈ ਕਿ ਇਤਿਹਾਸ ਨੂੰ ਵੀ ਬਦਲਣ ਦੇ ਵਾਸਤੇ, ਸੋਧਾਂ ਕਰਨ ਦੇ ਵਾਸਤੇ ਬਹੁਤ ਸਾਰੇ ਜਿਹੜੇ ਉਪਰਾਲੇ ਆ ਉਹ ਕੀਤੇ ਗਏ। ਜਿਵੇਂ ਅਸੀਂ ਦੇਖਿਆ ਕਿ ਬਹੁਤ ਸਾਰੇ ਸ਼ਹਿਰਾਂ ਦੇ ਨਾਂ ਬਦਲੇ ਗਏ ਆ, ਬਹੁਤ ਸਾਰੀਆਂ ਗਲੀਆਂ ਮਹੱਲਿਆਂ ਦੇ ਨਾਂ ਜਿਹੜੇ ਸੀ ਉਹ ਬਦਲੇ ਗਏ, ਕਿਸੇ ਚੌਂਕ ਦਾ ਨਾਮ ਬਦਲਿਆ ਗਿਆ। ਇਹ ਹੋਇਆ ਭਾਜਪਾ ਦੇ ਰਾਜਕਾਲ ਦੇ ਵਿੱਚ ਹੀ ਹੈ। ਇਸੇ ਤਰ੍ਹਾਂ ਜੇਕਰ ਸ਼ੀ ਜਿਨਪਿੰਗ ਈਰਾਨ ਵਿੱਚ ਚੱਲੇ ਨਾਰੀਵਾਦੀ ਰੋਸ ਪ੍ਰਦਰਸ਼ਨਾਂ ਦੇ ਬਾਵਜੂਦ ਆਇਤੁੱਲਾ ਦੇ ਟਿਕੇ ਰਹਿਣ ਵਾਂਗੂ ਇਸ ਤੂਫਾਨ ਵਿੱਚੋਂ ਬਾਹਰ ਆਉਂਦੇ ਨੇ ਤਾਂ ਚੀਨ ਬਾਰੇ ਚਿੰਤਾਵਾਂ ਜਾਂ ਈਰਾਨ ਵਰਗੇ ਵਿਦਰੋਹਾਂ ਨੂੰ ਠੱਲ ਪੈ ਸਕਦੀ ਹੈ। ਹਾਲਾਂਕਿ ਮੁੱਦਾ ਇਸ ਲਈ ਖਤਰਾ ਆ ਇਹ ਹੈ ਕਿ ਸੱਤਾ ਤੇ ਹਾਵੀ ਹੋਣ ਵਾਲੀਆਂ ਸੱਤਾ ਦੇ ਉੱਤੇ ਹਾਵੀ ਹੋਣ ਵਾਲੀਆਂ ਸਰਕਾਰਾਂ ਖਿਲਾਫ ਵਿਰੋਧ ਪ੍ਰਦਰਸ਼ਨ ਦਾ ਡੂੰਘਾ ਕਾਰਨ ਅੰਦਰੂਨੀ ਅਸੰਤੁਸ਼ਟੀ ਜਿਹੜੀ ਹੈ ਉਸ ਦੇ ਕਾਰਨਾਂ ਤੋਂ ਵੱਖਰਾ ਹੋ ਸਕਦਾ ਹੈ। ਸੁਚੇਤ ਲੋਕ ਅਚੰਭੇ ਤੋਂ ਸਾਵਧਾਨ ਰਹਿਣਗੇ ਜਦੋਂ ਸਭ ਕੁਝ ਆਪਣੇ ਤਰੀਕੇ ਨਾਲ ਚੱਲ ਰਿਹਾ ਜਾਪਦਾ। ਹੁਣ ਗੱਲ ਕਰਦੇ ਹਾਂ ਕਿ ਉਸ ਦ੍ਰਿਸ਼ਟੀਕੋਣ ਤੋਂ ਜਦੋਂ ਉਹ ਇੰਨੇ ਯਕੀਨੀ ਲੱਗਦੇ ਨੇ ਤਾਂ ਅਰਥ ਵਿਵਸਥਾ ਦੀਆਂ ਲੰਮੇ ਸਮੇਂ ਦੀਆਂ ਸੰਭਾਵਨਾਵਾਂ ਜਿਹੜੀਆਂ ਆ ਉਹਨਾਂ ਨੂੰ ਕੀ ਨੁਕਸਾਨ ਪਹੁੰਚ ਸਕਦਾ ਹੈ। ਇਤਿਹਾਸਕ ਤੌਰ ਤੇ ਅਰਥ ਵਿਵਸਥਾ ਤੇਲ ਵਾਲੀ ਤਿਲਕਣ ਤੇ ਤਿਲਕ ਗਈ ਹੈ ਜਾਂ ਫਿਰ ਸੋਕੇ ਵਿੱਚ ਸੁੱਕ ਗਈ ਹੈ। ਹੈਰਾਨੀਆਂ ਕਰਦੀਆਂ ਨੇ ਇਹ ਗੱਲਾਂ। ਆਮ ਤੌਰ ਤੇ ਵਿਕਾਸ ਦੇ ਝਟਕੇ ਦੇ ਨਾਲ ਹੀ ਇਹ ਮਹਿੰਗਾਈ ਦਾ ਚੱਕਰ ਸ਼ੁਰੂ ਕਰ ਦਿੰਦੀ ਹੈ। ਸਿਸਟਮ ਨੇ ਇਹਨਾਂ ਰਵਾਇਤੀ ਜੋਖਮਾਂ ਖਿਲਾਫ ਕੁਝ ਕੁ ਲਚਕੀਲੇਪਨ ਦੇ ਵਿੱਚ ਜ਼ਰੂਰ ਵਿਕਸਿਤ ਕੀਤਾ ਹੈ। ਫਿਰ ਕੋਵਿਡ-19 ਮਹਾਮਾਰੀ ਕਾਰਨ 2 ਸਾਲਾਂ ਦੀ ਖੜੋਤ ਕਾਰਨ ਨਾ ਸਿਰਫ ਮਨੁੱਖੀ ਮੌਤਾਂ ਬਲਕਿ ਆਰਥਿਕ ਤੌਰ ਦੇ ਉੱਤੇ ਵੀ ਭਾਰੀ ਕੀਮਤ ਚੁਕਾਉਣੀ ਪਈ ਹੈ। ਜਿਵੇਂ ਜਿਵੇਂ ਸਿਸਟਮ ਸਦਮੇ ਤੋਂ ਉੱਭਰਦਾ ਆ, ਦੇਸ਼ ਆਪਣੇ ਦ੍ਰਿਸ਼ਟੀਕੋਣ ਨੂੰ ਲੰਮੇ ਸਮੇਂ ਦੇ ਟੀਚਿਆਂ ਵੱਲ ਬਦਲਦਾ ਆ ਤਾਂ ਉਹਨਾਂ ਅੰਦਰੂਨੀ ਕਮਜ਼ੋਰੀਆਂ ਵੱਲ ਧਿਆਨ ਤੁਰੰਤ ਦੇਣਾ ਚਾਹੀਦਾ ਆ ਜੋ ਬਿਨਾਂ ਸ਼ੱਕ ਆਕਾਂਖਿਆਵਾਂ ਨੂੰ ਖਤਮ ਕਰ ਸਕਦੀਆਂ ਨੇ। ਜਿਵੇਂ ਲੱਖਾਂ ਲੋਕਾਂ ਲਈ ਰੁਜ਼ਗਾਰ ਦੀ ਘਾਟ ਦਾ ਮੁੱਦਾ ਹੈ ਜਾਂ ਇਹਨਾਂ ਵਿੱਚੋਂ ਬਹੁਤਿਆਂ ਲਈ ਮਾੜੀ ਗੁਣਵੱਤਾ ਵਾਲੇ ਮਨੁੱਖੀ ਵਸੀਲੇ ਹੋਣ ਦੀ ਨਿੰਦਾ ਅਕਸਰ ਕੀਤੀ ਜਾਂਦੀ ਹੈ। ਇਸ ਲਈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਜਿਹੜੇ ਕਿ ਆਪਾਂ ਮੁੱਦਿਆਂ ਦੀ ਗੱਲ ਛੇੜੀ ਹੋਈ ਹੈ ਕਿ ਸਿਹਤ ਅਤੇ ਸਿੱਖਿਆ, ਤਾਂ ਉਹਨਾਂ ਦਾ ਬਿਆਨ ਆਇਆ ਹੈ ਕਿ ਉਹ ਆਗਾਮੀ ਬਜਟ ਵਿੱਚ ਸਿਹਤ ਅਤੇ ਸਿੱਖਿਆ ਦੇ ਉੱਤੇ ਧਿਆਨ ਕੇਂਦਰਿਤ ਕਰਨਗੇ। ਸਵਾਗਤਯੋਗ ਹੈ। ਰਿਆਇਤਾਂ ਰਾਹੀਂ ਗਰੀਬਾਂ ਨੂੰ ਸ਼ਾਂਤ ਕਰਦੇ ਹੋਏ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨ ਦੇ ਦੋਹਰੇ ਜ਼ੋਰ ਦਾ ਵਿਸਥਾਰ ਹੋਣਾ ਅਜੇ ਬਾਕੀ ਹੈ। ਭਾਰਤ ਦੀ ਜਨਤਕ ਸਿਹਤ ਸੰਭਾਲ ਪ੍ਰਣਾਲੀ ਜ਼ਿਆਦਾਤਰ ਢਹਿ ਢੇਰੀ ਵਾਲੀ ਹਾਲਾਤ ਵਿੱਚ ਹੈ। ਜੇ ਅਜਿਹਾ ਨਾ ਹੁੰਦਾ ਤਾਂ ਕੋਵਿਡ-19 ਮਹਾਮਾਰੀ ਨਾਲ ਹੋਈਆਂ ਮੌਤਾਂ ਦੀ ਗਿਣਤੀ ਜਿਹੜੀ ਹੈ ਉਹ ਘੱਟ ਹੋਣੀ ਸੀ। ਇਸ ਵਿਚਕਾਰ ਜਨਤਕ ਸਕੂਲ ਪ੍ਰਣਾਲੀ ਮੈਟ੍ਰਿਕ ਪਾਸ ਇੱਥੋਂ ਤੱਕ ਕਿ ਗ੍ਰੈਜੂਏਟ ਵੀ ਤਿਆਰ ਕਰਦੀ ਹੈ, ਪਰ ਉਹਨਾਂ ਵਿੱਚੋਂ ਜ਼ਿਆਦਾਤਰ ਚੰਗੀਆਂ ਨੌਕਰੀਆਂ ਲਈ ਅਯੋਗ ਸਾਬਤ ਹੁੰਦੇ ਨੇ। ਜੇ ਸਿਹਤ ਅਤੇ ਸਿੱਖਿਆ ਵਿੱਚ ਲਗਾਤਾਰ ਘੱਟ ਨਿਵੇਸ਼ ਦਾ ਰੁਝਾਨ ਛੇਤੀ ਅਤੇ ਕਾਰਗਰ ਢੰਗ ਨਾਲ ਬਦਲਣ ਵਾਲਾ ਆ
ਤਾਂ ਇਸ ਸਮੱਸਿਆ ਨਾਲ ਨਜਿੱਠਣ ਦੇ ਮਾਮਲੇ ਵਿੱਚ ਨਵੀਂ ਜਾਗਰੂਕਤਾ ਦਾ ਸੁਨੇਹਾ ਦਿੰਦਾ ਆ। ਬੇਰੁਜ਼ਗਾਰੀ, ਖਾਸ ਕਰਕੇ ਨੌਜਵਾਨਾਂ ਵਿੱਚ ਵਿਆਪਕ ਬੇਰੁਜ਼ਗਾਰੀ ਪਰੇਸ਼ਾਨ ਕਰਨ ਵਾਲਾ ਮਸਲਾ ਆ। ਲਗਾਤਾਰ ਅਤੇ ਤੇਜ਼ੀ ਨਾਲ ਵੱਧ ਰਹੀ ਨਾ ਬਰਾਬਰੀ ਦੇ ਇਸ ਦੌਰ ਦੇ ਵਿੱਚ ਇਹ ਕਿਸੇ ਅਣਕਿਆਸੇ ਤਰੀਕੇ ਨਾਲ ਬਿਮਾਰੀ ਵਾਂਗ ਫੈਲਣ ਵਾਲੇ ਖਤਰੇ ਦੇ ਵਾਂਗੂ ਆ। ਤਾਂ ਇਹ ਇੰਝ ਕਿਹਾ ਜਾ ਸਕਦਾ ਹੈ ਕਿ ਹੁਣ ਸਭ ਤੋਂ ਵੱਡੀ ਜਿਹੜੀ ਲੋੜ ਕੁੱਲ ਮਿਲਾ ਕੇ ਰਹਿ ਜਾਂਦੀ ਆ, ਜੇ ਅਗਲੇ ਬਜਟ ਵਿੱਚ ਜਿਹੜੇ ਆ ਨਿਰਮਲਾ ਸੀਤਾਰਮਨ ਜਿਹੜੇ ਕਿ ਕੇਂਦਰੀ ਵਿੱਤ ਮੰਤਰੀ ਨੇ, ਜੇ ਉਹ ਹੀ ਗੱਲ ਕਹਿੰਦੇ ਆ ਕਿ ਆਗਾਮੀ ਬਜਟ ਵਿੱਚ ਧਿਆਨ ਰੱਖਿਆ ਜਾਊਗਾ, ਤਾਂ ਉਮੀਦ ਕੀਤੀ ਜਾ ਸਕਦੀ ਹੈ ਕਿ ਚਲੋ ਆਖਰ ਦੇਰ ਆਏ ਦਰੁਸਤ ਆਏ। ਸਰਕਾਰ ਨੂੰ ਇਸ ਮਾਮਲੇ ਦੀ ਤਾਂ ਹੋਸ਼ ਆਈ ਹੈ ਕਿ ਸਿਹਤ ਤੇ ਸਿੱਖਿਆ ਇਸ ਮੁਲਕ ਲਈ ਜਿਹੜੀ ਮੁੱਢਲੀ ਲੋੜਾਂ ਦੇ ਵਿੱਚੋਂ ਇੱਕ ਸ਼ੁਮਾਰ ਹੋਣੀ ਚਾਹੀਦੀ ਸੀਗੀ, ਉਹ ਮੁੱਢਲੀਆਂ ਲੋੜਾਂ ਦੇ ਵਿੱਚ ਤਾਂ ਘੱਟੋ ਘੱਟ ਆਈ ਜਾਂ ਮੰਨ ਲਿਆ, ਜਾਂ ਫਿਰ ਇਹਨੂੰ ਜਦੋਂ ਲਾਗੂ ਕਰੂਗੀ ਉਦੋਂ ਦੇਖਿਆ ਜਾਊਗਾ। ਪਰ ਫਿਲਹਾਲ ਕਹਿ ਸਕਦੇ ਹਾਂ ਕਿ ਇਹ ਇੱਕ ਸ਼ੁਭ ਸੰਕੇਤ ਹੈ। ਇਹ ਸੰਕੇਤ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਦੋ ਖੇਤਰ ਮਜ਼ਬੂਤੀ ਨਾਲ ਅੱਗੇ ਵੱਧਦੇ ਆ ਤਾਂ ਕਹਿ ਸਕਦੇ ਹਾਂ ਕਿ ਦੇਸ਼ ਜਿਹੜਾ ਆ ਉਹ ਹੋਰ ਮਜ਼ਬੂਤ ਬਣੇਗਾ, ਤੰਦਰੁਸਤ ਬਣੇਗਾ। ਸੋ ਦੋਸਤੋ, ਇਹ ਸੀ ਦੋ ਖਬਰਾਂ ਜਿਨ੍ਹਾਂ ਦੇ ਉੱਤੇ ਆਪਾਂ ਗੱਲਬਾਤ ਕੀਤੀ। ਇੱਥੇ ਹੀ ਕਰਦੇ ਹਾਂ ਸਮਾਪਤ। ਧੰਨਵਾਦ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਏ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ੍ਹ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਹਾਂ। ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ, ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ੍ਹ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਏ ਦੀ ਕ੍ਰੈਡਿਟ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ ਐਮਪੀਏ ਨੂੰ। ਇੱਥੇ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਹਾਂ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ, ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨਾਂ, ਟਰੱਕ, SUV ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਹੈ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। ਐਮਪੀਏ ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ ਐਮਪੀ ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ, ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋ ਬਾਡੀ ਵਾਲਿਆਂ ਕੋਲ ਆਇਆ ਤੇ MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜ੍ਹੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ। ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਹੈ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚੱਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋ ਬਾਡੀ 64 ਸਾਲਟਰ ਸਟਰੀਟ ਵਿਨੀਪੈਗ MB ਕੈਨੇਡਾ ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300।